ਪੰਜਾਬ ਦੇ ਵਿੱਚ ਅਕਸਰ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਕਿ ਜਿਹੜੇ ਮੇਲ ਹੈਗੇ ਹੈ ਉਹ ਡਰੱਗਸ ਬਹੁਤ ਲੈਂਦੇ ਨੇ। ਲੇਕਿਨ ਅੱਜ ਇੱਕ ਤੁਹਾਨੂੰ ਇੱਕ ਸਟੱਡੀ ਸਾਹਮਣੇ ਆਈ ਹੈ ਜਿਹੜਾ ਕਿ ਕਾਫੀ ਹੈਰਾਨ ਕਰਨ ਵਾਲੇ ਖੁਲਾਸੇ ਕਰ ਰਹੀ ਹੈ, ਜਿਸ ਦੇ ਮੁਤਾਬਕ ਪੰਜਾਬ ਦੇ ਵਿੱਚ ਸਿਰਫ ਮੇਲ ਹੀ ਨਹੀਂ ਬਲਕਿ ਫੀਮੇਲਸ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਨਸ਼ੇ ਕਰ ਰਹੀ ਹੈ। ਇਹ ਸਟੱਡੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੀ ਹਿਊਮਨ ਰਾਈਟਸ ਡਿਪਾਰਟਮੈਂਟ ਦੀ ਡਾਕਟਰ ਅਭਿਜੀਤ ਢਿੱਲੋਂ ਨੇ। ਸਾਡੇ ਨਾਲ ਹੈਗੇ ਗੱਲ ਕਰਦੇ ਆ। ਅਭਿਜੀਤ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ। ਥੈਂਕ ਯੂ ਸਰ, ਥੈਂਕ ਯੂ। ਅਭਿਜੀਤ, ਜਾਨਣਾ ਚਾਹਾਂਗੇ ਕੀ ਸੀ ਸਟੱਡੀ ਤੁਹਾਡੀ ਤੇ ਕੀ ਨਤੀਜੇ ਸਾਹਮਣੇ ਆਏ? ਸਰ ਮੇਰੀ ਸਟੱਡੀ ਇਜ਼ ਬੇਸਡ ਔਨ ਫੀਮੇਲ ਡੀ ਐਡਿਕਸ਼ਨ ਔਰ ਫੀਮੇਲ ਐਡਿਕਸ਼ਨ। ਤੇ ਸਰ ਮੈਂ ਪੰਜਾਬ ਦੇ ਵਿੱਚ ਹੈਗੀ ਆ। ਪੰਜਾਬ ਦੇ ਵਿੱਚ ਸਰ ਇਨ ਟੋਟਲ ਜੋ ਗਵਰਨਮੈਂਟ ਸਪਾਂਸਰਡ 31 ਡੀ ਐਡਿਕਸ਼ਨ ਸੈਂਟਰਸ ਨੇ, ਜਿਨ੍ਹਾਂ ਵਿੱਚੋਂ ਇੱਕ ਸੈਂਟਰ ਜਿਹੜਾ ਆ ਉਹ ਫੀਮੇਲ ਕੱਲਾ ਸਿਰਫ ਇੱਕ ਸੈਂਟਰ ਆ ਸਰ ਜੋ ਕਿ ਫੀਮੇਲ ਡੀ ਐਡਿਕਸ਼ਨ ਦੇ ਲਈ ਬਣਿਆ ਗਿਆ ਆ। ਇਹ ਕਪੂਰਥਲੇ ਦੇ ਵਿੱਚ ਹੈਗਾ ਆ। ਇਹਦਾ ਨਾਮ ਹੈ ਨਵਕਿਰਨ ਡੀ ਐਡਿਕਸ਼ਨ ਸੈਂਟਰ। ਤੇ ਮੇਰਾ ਸਟੱਡੀ ਆਫ ਦ ਯੂਨੀਵਰਸ ਇਹ ਸੈਂਟਰ ਹੀ ਸੀਗੀ। ਤੇ ਇਹਦੇ ਵਿੱਚ ਸਰ ਕੀ ਮੈਨੂੰ ਪਤਾ ਲੱਗਿਆ ਕਿ ਜਿਹੜੀਆਂ ਵੀ ਲੇਡੀਜ਼ ਇੱਥੇ ਆਉਂਦੀਆਂ ਸੀਗੀਆਂ ਉਹ ਜ਼ਿਆਦਾਤਰ ਮੱਧਮ ਵਰਗ ਜਾਂ ਘੱਟ ਵਰਗ ਤੋਂ ਆਈਆਂ। ਉਸ ਤੋਂ ਬਾਅਦ ਉਹ ਪਈਆਂ ਕਿਵੇਂ ਇਹਦੇ ਵਿੱਚ, ਉਹ ਸਭ ਤੋਂ ਹੈਰਾਨੀ ਵਾਲੀ ਗੱਲ ਕਿ ਲੇਡੀਜ਼ ਨੂੰ ਇੰਟਰੋਡਿਊਸ ਹੀ ਕਰਦੇ ਨੇ ਉਹਨਾਂ ਦੇ ਹਸਬੈਂਡਸ, ਉਹਨਾਂ ਦੇ ਬॉयਫ੍ਰੈਂਡਸ, ਉਹਨਾਂ ਦੇ ਫਰੈਂਡਸ, ਪੀਅਰ ਗਰੁੱਪ ਦੇ ਤਰੀਕੇ ਤੋਂ ਪਈਆਂ। ਕੁਝ ਲੇਡੀਜ਼ ਇਸ ਲਈ ਪਈਆਂ ਕਿਉਂਕਿ ਉਹਨਾਂ ਨੂੰ ਕੁਇਕ એનર્ਜੀ ਚਾਹੀਦੀ ਹੁੰਦੀ ਸੀਗੀ। ਜਿਵੇਂ ਇੱਕ ਲੇਡੀ ਸੀਗੇ, ਉਹ ਮੇਰੇ ਨਾਲ ਉਹਨਾਂ ਨਾਲ ਗੱਲ ਹੋਈ, ਉਹ ਲੋਕਾਂ ਦੇ ਘਰ ਸਾਫ਼ ਕਰਦੇ ਹੁੰਦੇ ਸੀ ਤੇ ਉਹ ਕਹਿੰਦੇ ਮੈਨੂੰ ਬਹੁਤ ਥਕਾਵਟ ਫੀਲ ਹੁੰਦੀ ਸੀ। ਤਾਂ ਮੇਰੀ ਇੱਕ ਫਰੈਂਡ ਨੇ ਕਿਹਾ ਤੂੰ ਦਵਾਈ ਖਾ ਕੇ ਦੇਖੀ ਤੈਨੂੰ ਵਧੀਆ ਲੱਗੂਗਾ। ਕਹਿੰਦੀ ਮੈਂ ਉਹ ਦਵਾਈ ਖਾਧੀ ਤੇ ਮੈਂ ਇੰਨੀ એનર્ਜੀ ਆ ਗਈ ਕਿ ਮੈਂ ਸਾਰੇ ਕੰਮ ਕਰ ਪਾਈ ਤੇ ਮੈਨੂੰ ਇੰਨਾ ਵਧੀਆ ਲੱਗਿਆ। ਉਹ ਘਰ ਦੇ ਵਿੱਚ ਥੋੜੀ ਫਾਈਨੈਂਸ਼ੀਅਲ ਹਾਲਾਤਾਂ ਵੀ ਠੀਕ ਨਹੀਂ ਸੀਗੀਆਂ, ਅਨਇੰਪਲੋਇਮੈਂਟ ਤਾਂ ਸੀ। ਕਹਿੰਦੇ ਬਟ ਉਹ ਡਰੱਗ ਖਾ ਕੇ ਮੈਨੂੰ ਲੱਗਿਆ ਕਿ ਮੈਨੂੰ ਦੁਨੀਆ ਹੁਣ ਨਾ ਮੇਰੀ ਠੀਕ ਆ। ਉਹ ਤਾਂ ਉਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਕਿ ਇੱਕ ਵਾਰੀ ਜਦ ਨਸ਼ੇ ਦੇ ਸਾਈਕਲ 'ਚ ਵੜ ਗਏ ਕਿ ਇਹ ਕਿੰਨਾ ਹਾਨੀਕਾਰਕ ਸੀ ਉਹਨਾਂ ਦੇ ਲਈ, ਉਹਨਾਂ ਦੇ ਪੂਰੇ ਪਰਿਵਾਰ ਲਈ। ਤੇ ਹਾਂਜੀ। ਤੇ ਅਭਿਜੀਤ, ਹੋਰ ਕੀ ਸੀਗਾ ਮੇਨ ਟੌਪਿਕ ਕੀ ਸੀਗਾ ਤੁਹਾਡੀ ਸਟੱਡੀ ਦਾ? ਸਰ ਇਸ ਟੌਪਿਕ ਦਾ ਸਟੱਡੀ ਸੀਗਾ ਕਿ ਪਹਿਲੀ ਗੱਲ ਕਿ ਸਾਨੂੰ ਠੀਕ ਆ ਬਹੁਤ ਸਾਰੀ ਸਟੱਡੀਜ਼ ਨੇ, ਬਹੁਤ ਸਾਰੀ ਤਾਂ ਨਹੀਂ, ਪਹਿਲਾਂ ਤਾਂ ਗਿਣਤੀ ਦੀ ਸਟੱਡੀਜ਼ ਨੇ ਜੋ ਕਿ ਕਹਿੰਦੀਆਂ ਆ ਕਿ ਫੀਮੇਲ ਐਡਿਕਸ਼ਨ ਹੈਗੀ ਆ। ਪਰ ਉਹ ਜਿਹੜੀ ਫੀਮੇਲ ਐਡਿਕਸ਼ਨ ਆ ਸਰ, ਜਿਹਦਾ PGI ਦੀ ਇੱਕ ਸਟੱਡੀ ਸੀ, ਉਹਨੇ ਕੁਝ 10,000 ਕਰੀਬਨ ਦੱਸਿਆ ਆ ਕਿ ਪੰਜਾਬ 'ਚ ਮਹਿਲਾਵਾਂ ਹੈਗੀਆਂ ਆ ਜੋ ਕਿ ਨਸ਼ਿਆਂ 'ਚ ਨੇ। ਉਹ ਓਪੀਐਮ ਦੀ ਗੱਲ ਨਹੀਂ ਕਰ ਰਹੇ, ਉਹਦੇ ਵਿੱਚ ਹੈਰੋਇਨ ਦੀ ਗੱਲ ਨਹੀਂ ਕਰ ਰਹੇ, ਉਹ ਸਿਰਫ ਨਸ਼ਿਆਂ ਦੀ ਗੱਲ ਕਰ ਰਹੇ ਨੇ। ਉੱਥੇ ਜਾ ਕੇ ਸਰ ਮੈਨੂੰ ਪਤਾ ਲੱਗਦਾ ਆ ਕਿ ਸਾਡੀ ਲੇਡੀਜ਼ ਪਹਿਲੀ ਗੱਲ ਤਾਂ ਚਿੱਟੇ 'ਤੇ ਆ। ਚਿੱਟਾ ਇਜ਼ ਐਨ ਅਨਫਿਲਟਰਡ ਫਾਰਮ ਆਫ ਹੈਰੋਇਨ ਅਤੇ ਉਹ ਕਰ ਰਹੀਆਂ ਆ। ਅਤੇ ਉਸ ਤੋਂ ਬਾਅਦ ਕਿ ਇਹ ਸਿਰਫ ਇੱਕ ਜਿਹੜੀ 10,000 ਨੇ, ਕਿਉਂਕਿ ਇਹਨਾਂ ਨੂੰ ਇੰਨੀ ਸੋਸਾਈਟਲ ਕੰਸਟ੍ਰੇਂਟਸ ਨੇ, ਇਹ ਸਾਹਮਣੇ ਨਹੀਂ ਆਉਂਦੀਆਂ। ਮੋਸਟ ਆਫ ਦੀ ਪੇਸ਼ੈਂਟਸ ਉਹ ਕਦੀ ਸਾਹਮਣੇ ਹੀ ਨਹੀਂ ਆਉਂਦੀਆਂ ਕਿਉਂਕਿ ਇੰਨਾ ਟੈਬੂ ਸਬਜੈਕਟ ਆ ਸਰ, ਇੰਨਾ ਸੋਸ਼ਲ ਸਟਿਗਮਾ ਅਟੈਚਡ ਆ ਕਿ ਅਗਰ ਤੁਸੀਂ ਦੇਖੋ ਸੋਸਾਇਟੀ ਦੇ ਵਿੱਚ ਹੀ ਅਸੀਂ ਐਕਸੈਪਟ ਨਹੀਂ ਕਰ ਪਾਉਂਦੇ। ਅਸੀਂ ਤਾਂ ਬੰਦਿਆਂ ਦਾ ਨਹੀਂ ਐਕਸੈਪਟ ਕਰਦੇ ਕਿ ਉਹ ਨਸ਼ੇ ਕਰਦੇ ਆ, ਅਤੇ ਕੁੜੀਆਂ ਦਾ ਅਸੀਂ ਕਿੱਦਾਂ ਐਕਸੈਪਟ ਕਰੀਏ। ਅਤੇ ਇਹ ਜਿਹੜੀ ਸਟੱਡੀ ਆ ਅਕੋਰਡਿੰਗ ਟੂ ਮੀ ਐਂਡ ਸਮ ਅਦਰ ਐਕਸਪਰਟ ਸਟੱਡੀਜ਼ ਦੈਟ ਆਈਵ ਰੈਡ ਐਂਡ ਗੋਨ ਥਰੂ, ਇਹੀ ਨਿਕਲ ਕੇ ਆਇਆ ਆ ਕਿ ਇਹ ਜਿਹੜਾ ਨੰਬਰ ਆ ਇਹ ਬਹੁਤ ਘੱਟ ਆ। ਇਹ ਸਿਰਫ ਇੱਕ ਤਿਨਕਾ ਹੈਗਾ ਆ ਇੱਕ ਬਹੁਤ ਵੱਡੇ ਸਮੁੰਦਰ ਦਾ। ਅਤੇ ਇਹ ਪ੍ਰੋਬਲਮ ਹੈਗੀ ਆ ਅਤੇ ਸਾਨੂੰ ਐਜ਼ ਅ ਸੋਸਾਇਟੀ ਹੈਜ਼ ਟੂ ਰੈਕਗਨਾਈਜ਼ ਇਟ ਐਂਡ ਹੈਜ਼ ਟੂ ਗਵਰਨਮੈਂਟਲ ਲੈਵਲ, ਸੋਸਾਈਟਲ ਲੈਵਲ, ਐਵਰੀ ਲੈਵਲ 'ਤੇ ਸਾਨੂੰ ਇਹਦੇ 'ਤੇ ਕੰਮ ਕਰਨਾ ਪੈਣਾ ਆ, ਤਦ ਹੀ ਅਸੀਂ ਆਪਣੀ ਕੁੜੀਆਂ ਨੂੰ, ਆਪਣੀ ਧੀਆਂ ਨੂੰ, ਆਪਣੀ ਭੈਣਾਂ ਨੂੰ ਬਚਾ ਪਾਵਾਂਗੇ। ਡਾਕਟਰ ਅਭਿਜੀਤ, ਪਹਿਲਾਂ ਇਸ ਤਰ੍ਹਾਂ ਕਿੰਨੇ ਸਰਵੇ ਹੋਏ, ਕਿੰਨੀ ਸਟੱਡੀਜ਼ ਹੋਈਆਂ ਜਿਹਦੇ 'ਚ ਵੀਮਨ ਸੈਂਟਰਿਕ ਜਿਹੜੀ ਸਟੱਡੀਜ਼ ਹੈਗੀ ਜਿਹਦੇ 'ਤੇ ਪਤਾ ਲੱਗਿਆ ਕਿ ਜੇ ਪੰਜਾਬ ਦੇ ਵਿੱਚ ਜਿਹੜੀ ਲੇਡੀਜ਼ ਹੈਗੀ ਹੈ ਉਹ ਚਿੱਟਾ ਲੈਂਦੀਆਂ ਜਾਂ ਹੋਰ ਜਿਹੜੇ ਦੂਸਰੇ ਨਸ਼ੇ? ਸਰ ਸਾਡਾ ਜਿੰਨੀਆਂ ਵੀ ਸਟੱਡੀਜ਼ ਹੁੰਦੀਆਂ ਆ ਡਰੱਗਸ ਦੇ ਰਿਲੇਟਡ, ਉਹ ਮੋਸਟਲੀ ਬੜੀ ਮੇਲ ਸੈਂਟਰਿਕ ਮਾਡਲ ਹੁੰਦਾ ਆ, ਇਨ ਦ ਸੈਂਸ ਕਿ ਸਾਡੀ ਟਰੀਟਮੈਂਟ ਮੋਡੈਲਿਟੀਜ਼ ਵੀ ਮੇਲ ਸੈਂਟਰਿਕ ਆ, ਐਵਰੀਥਿੰਗ ਇਜ਼ ਮੇਲ ਸੈਂਟਰਿਕ। ਤਾਂ ਆਈ ਐਮ ਸ਼ੋਰ ਥੋੜ੍ਹੀ ਬਹੁਤੀ ਸਟੱਡੀਜ਼ ਹੋਈਆਂ ਆ, ਬਟ ਉਹ ਸਟੱਡੀਜ਼ ਐਡਿਕੁਏਟ ਨਹੀਂ ਹੈਗੀਆਂ। ਉਹ ਕਿਉਂ ਨਹੀਂ ਐਡਿਕੁਏਟ ਹੈਗੀਆਂ? ਕਿਉਂਕਿ ਬਾਇਓਲੋਜੀਕਲੀ ਅਤੇ ਫਿਜ਼ੀਓਲੋਜੀਕਲੀ ਵਿਮਨ ਆਰ ਡਿਫਰੈਂਟ। ਜਿਵੇਂ ਕਿ ਅਗਰ ਉਹ ਡਰੱਗਸ ਸ਼ੁਰੂ ਕਰਦੀਆਂ ਆ ਸਰ, ਰਿਲੈਪਸ ਰੇਟ ਕੁੜੀਆਂ ਦਾ ਜ਼ਿਆਦਾ, ਵਿਡਰੋਵਲ ਦੇ ਸਿੰਪਟਮਸ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਕੁੜੀਆਂ ਦੇ, ਨਸ਼ੇ ਲੱਗਣ ਦੀ ਕੀ ਕਹਿੰਦੇ ਨੇ ਲੱਤ ਆ ਉਹ ਜਲਦੀ ਲੱਗਦੀ ਆ ਕੁੜੀਆਂ ਨੂੰ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਟਰੀਟਮੈਂਟ ਮਾਡਲ ਇੱਦਾਂ ਦਾ ਹੋਣਾ ਚਾਹੀਦਾ ਆ ਜਿਹੜੀ ਇਹ ਚੀਜ਼, ਪਰ ਇਸ ਦੇ ਉੱਤੇ ਜ਼ਿਆਦਾ ਸਟੱਡੀਜ਼ ਕੱਲੀ ਕੁੜੀਆਂ ਨੂੰ ਲੈ ਕੇ ਜ਼ਿਆਦਾ ਸਟੱਡੀਜ਼ ਨਹੀਂ ਕੀਤੀਆਂ ਗਈਆਂ ਆ, ਨਾ ਹੀ ਸਰਕਾਰ ਵੱਲੋਂ। ਅਤੇ ਹਾਂਜੀ, ਜਿਹੜੀ ਤੁਸੀਂ ਸਟੱਡੀ ਕੀਤੀ ਹੈ ਕਿ ਸਰਕਾਰੀ ਜਿਹੜੇ ਆંકੜੇ ਹੈਗੇ ਹੈ ਕਿ ਉਹ ਮੇਲ ਖਾਂਦੇ ਆ ਉਸ ਸਟੱਡੀ ਦੇ? ਸਰ ਅਕੋਰਡਿੰਗ ਟੂ ਮੀ ਨਹੀਂ। ਅਕੋਰਡਿੰਗ ਟੂ ਮੀ ਜਿੰਨਾ ਕੁ ਮੇਰੀ ਗੱਲਬਾਤ ਹੋਈ ਹੈ ਅਤੇ ਜਿੰਨਾ ਮੈਂ ਅੱਗੇ ਗੱਲ ਕੀਤੀ ਹੈਗੀ ਆ, ਤਾਂ ਮੈਨੂੰ ਇਹੀ ਪਤਾ ਲੱਗਿਆ ਆ, ਕਿ ਇਹ ਨੰਬਰ ਜਿਹੜਾ ਆ ਇਹ ਬਹੁਤ ਘੱਟ ਆ।
ਤੇ ਇਹ ਸਰਕਾਰੀ ਅੰਕੜਿਆਂ ਨਾਲ ਬਿਲਕੁਲ ਨਹੀਂ ਮਿਲਦਾ। ਮਤਲਬ ਅਫੀਸ਼ੀਅਲ ਜਿਹੜੇ ਨੰਬਰ ਹੈਗੇ ਉਹ ਬਹੁਤ ਘੱਟ ਦਿੱਤੇ। ਬਹੁਤ ਸਰ, ਉਹ ਵੀ ਇਹਦੇ ਵਿੱਚ ਆਈ ਡੋਂਟ ਥਿੰਕ ਸਰਕਾਰ ਦੀ ਵੀ ਐਸਾ ਗਲਤੀ ਹੈ, ਕਿਉਂਕਿ ਕੁੜੀਆਂ ਆਪ ਨਹੀਂ ਆਉਂਦੀਆਂ, ਘਰ ਦੇ ਆਪ ਨਹੀਂ ਚਾਹੁੰਦੇ ਕਿ ਸਾਡੀ ਕੁੜੀ ਦਾ ਪਤਾ ਲੱਗੇ। ਤੇ ਜਦ ਵੀ ਕੋਈ ਇਹਨਾਂ ਦੇ ਉਹ ਵੀ ਕੀਤੇ ਜਾਂਦੇ ਨੇ, ਸਟੱਡੀਜ਼ ਹੀ ਕੀਤੀਆਂ ਜਾਂਦੀਆਂ ਹੈ। ਅਗਰ ਤੁਹਾਡਾ ਲੋਕ ਹੀ ਜਾ ਕੇ ਨਹੀਂ ਦੱਸ ਰਹੇ ਕਿ ਉਹ ਕਰ ਰਹੇ ਨੇ, ਤਾਂ ਉਹ ਸਟੱਡੀਜ਼ 'ਚ ਆਊਗਾ ਕਿਵੇਂ? ਤਾਂ ਇਹਦੇ ਲਈ ਕੀ ਚਾਹੀਦਾ, ਸਾਨੂੰ ਇੱਕ ਬੋਟਮਸ ਡਾਊਨ ਅਪਰੋਚ ਚਾਹੀਦੀ ਹੈ, ਜਿਹਦੇ ਵਿੱਚ ਅਸੀਂ ਤੇ ਉਹਨਾਂ ਦੀ ਪ੍ਰਾਈਵੇਸੀ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਸੋਸਾਇਟੀ ਤਾਂ ਸੇਮ ਹੀ ਹੈ ਜੋ ਉਹਨਾਂ ਨੂੰ ਸਵੀਕਾਰ ਹੀ ਨਹੀਂ ਕਰਦੀ। ਹਾਂਜੀ ਸਰ। ਤੇ ਅਭਿਜੀਤ, ਜਿਵੇਂ ਤੁਸੀਂ ਦੱਸਿਆ ਕਿ ਨਸ਼ੇ ਦੀ ਲੱਤ ਦੇ ਵਿੱਚ ਪੈਂਦੀ ਹੈ, ਹੋਰ ਕਿਹੜੇ ਕਾਰਨ ਰਹਿੰਦੇ ਹੈ ਜਿਹੜਾ ਇਹ ਨਸ਼ੇ ਦੇ ਵਿੱਚ ਆਉਂਦੇ? ਸਰ ਇਹਦੇ ਕਾਰਨ ਅਨਇੰਪਲੋਇਮੈਂਟ ਤਾਂ ਇੱਕ ਬਹੁਤ ਵੱਡਾ ਕਾਰਨ ਹੈਗਾ ਹੀ ਆ। ਇੱਕ ਸਰ, ਮੈਂ ਉੱਥੇ ਇੱਕ ਲੇਡੀ ਨੂੰ ਮਿਲੀ ਸੀਗੀ, ਉਹ ਘਰਾਂ 'ਚ ਕੰਮ ਕਰਦੇ ਸੀਗੇ, ਪਰ ਉਹਨੂੰ ਲੱਗਦਾ ਸੀਗਾ ਕਿ ਉਹਨਾਂ ਦੀ ਇੱਕ ਫਰੈਂਡ ਨੇ ਉਹਨਾਂ ਨੂੰ ਚਿੱਟਾ ਟਰਾਈ ਕਰਵਾਇਆ, ਤੇ ਉਹਨਾਂ ਨੇ ਚਿੱਟਾ ਜੇ ਟਰਾਈ ਕੀਤਾ ਤਾਂ ਉਹਨਾਂ ਨੂੰ ਵਧੀਆ ਲੱਗਿਆ ਤੇ ਉਹਨਾਂ ਨੂੰ ਲੱਤ ਲੱਗ ਗਈ। ਹੁਣ ਸਰ, ਚਾਹੇ ਚਿੱਟਾ ਕੰਪੇਅਰ ਟੂ ਹੈਰੋਇਨ ਐਂਡ ਅਦਰ ਡਰੱਗਸ ਲਾਈਕ ਕੋਕੇਨ ਸਸਤਾ ਆ, ਬਟ ਇੰਨਾ ਸਸਤਾ ਵੀ ਨਹੀਂ। ਤੇ ਉਹਨੂੰ ਫੰਡ ਕਰਨ ਲਈ, ਆਪਣੀ ਲੱਤ ਨੂੰ ਫੰਡ ਕਰਨ ਲਈ ਹੀ ਉਹ ਲੇਡੀਜ਼ ਕੀ ਕਰਦੀਆਂ ਆ, ਉਹ ਸੈਕਸ ਵਰਕ 'ਤੇ ਜਾਂਦੀਆਂ ਆ। ਤੇ ਸਰ ਇੱਕ ਸਾਈਕਲ ਜਿਹਾ ਬਣ ਜਾਂਦਾ ਹੈ, ਜਿਹਦੇ ਵਿੱਚੋਂ ਨਿਕਲਣਾ ਔਖਾ ਆ, ਕਿਉਂਕਿ ਜੇ ਨਸ਼ੇ ਤਾਂ ਲੱਗ ਗਿਆ, ਪਰ ਹੁਣ ਉਸ ਨਸ਼ੇ ਦੀ ਲੋੜ ਵੀ ਤਾਂ ਪੂਰੀ ਕਰਨੀ ਆ। ਅੱਛਾ, ਜਿਹੜਾ ਤੁਸੀਂ ਇਹ ਸਰਵੇ ਕੀਤਾ ਹੈ, ਇਸ ਦੇ ਵਿੱਚ ਕਿਹੜੀ ਕਲਾਸ ਦੀ ਜਿਹੜੀ ਕੁੜੀਆਂ ਉਹ ਆਉਂਦੀ ਹੈ? ਕਿ ਗਰੀਬ ਤਬਕੇ ਦੀਆਂ ਸਾਰੀਆਂ, ਕਿ ਇਹ ਹਾਇਰ ਗਰੁੱਪ ਤੱਕ ਵੀ ਇਹ ਜਿਹੜੀ ਲੱਤ ਲੱਗੀ? ਸਰ ਆਈ ਐਮ ਸ਼ੋਰ ਇਹ ਲੱਤ ਹਾਇਰ ਗਰੁੱਪ 'ਚ ਵੀ ਆ। ਹਾਇਰ ਗਰੁੱਪ ਦੀ ਗੱਲ ਕੀ ਆ ਕਿ ਉਹ ਪਹਿਲੀ ਗੱਲ ਸਰਕਾਰੀ ਉਹਦੇ 'ਚ ਜਾਣਗੇ ਨਹੀਂ। ਦੇਰ ਆਰ ਬਹੁਤ ਸਾਰੀਆਂ ਪ੍ਰਾਈਵੇਟ ਉਹ ਹੈਗੇ ਨੇ, ਆਈ ਐਮ ਸ਼ੋਰ ਉੱਥੇ ਜਾਂਦੀਆਂ ਹੋਣਗੀਆਂ। ਲਾਈਕ ਆਈ ਸੈਡ, ਪ੍ਰਾਈਵੇਸੀ ਇਸ਼ੂਜ਼। ਮੇਰੀ ਸਟੱਡੀ ਦੇ ਵਿੱਚ ਜਿੰਨੇ ਆਏ ਨੇ, ਸਿਵਾਏ ਇੱਕ ਕੁੜੀ ਸੀਗੀ ਫਰੋਮ ਅ ਗੁੱਡ ਫੈਮਿਲੀ, ਸ਼ਹਿਰੀ ਕੁੜੀ ਸੀਗੀ, ਸਿਵਾਏ ਉਹਦੇ ਬਾਕੀ ਸਾਰੇ ਗਰੀਬ ਘਰਾਂ ਤੋਂ ਸੀਗੀਆਂ। ਮੋਸਟ ਆਫ ਦੈਮ ਵਰ ਸੈਕਸ ਵਰਕਰਸ। ਤੇ ਹਾਂਜੀ ਸਰ, ਇਹੀ ਮੇਰੀ ਸਟੱਡੀ ਦੇ ਵਿੱਚ ਇਹ ਲੋਕ ਸੀਗੇ ਜੋ ਕਿ ਜਿਨ੍ਹਾਂ 'ਤੇ ਮੈਂ ਸਟੱਡੀ ਕੀਤੀ। ਡਾਕਟਰ ਅਭਿਜੀਤ, ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਵੀਮਨ ਸੈਂਟਰਿਕ ਰਿਹੈਬ ਸੈਂਟਰਸ ਹੈਗੇ ਹੋਰ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ? ਬਿਲਕੁਲ ਸਰ, ਮੈਂ ਕਹਿੰਦੀ ਹਾਂ ਕਿ ਐਟਲੀਸਟ ਅਗਰ ਤੁਸੀਂ ਅੱਧਾ ਨਹੀਂ ਕਰ ਸਕਦੇ, 1/3 ਤਾਂ ਕਰੋ। ਸਰ UNODC ਦੀ ਇੱਕ ਸਟੱਡੀ ਆਉਂਦੀ ਆ, ਉਹਨਾਂ ਦੀ ਵਰਲਡ ਡਰੱਗ ਰਿਪੋਰਟ ਆਉਂਦੀ ਆ, UN ਦੀ ਇੱਕ ਸਟੱਡੀ ਆ, ਉਹਦੇ ਵਿੱਚ ਕਹਿੰਦੇ ਆ 1/3 ਆਫ ਦੀ ਵਿਮਨ ਇਨ ਦੀ ਵਰਲਡ ਆਰ ਅਡਿਕਟਿਡ ਟੂ ਡਰੱਗਸ। ਤੇ ਉਹ ਇਹ ਵੀ ਮੰਨਦੇ ਨੇ ਕਿ ਜਿਹੜਾ 1/3 ਨੰਬਰ ਆ, ਇਹ ਘੱਟ ਆ, ਕਿਉਂਕਿ ਉਹਨਾਂ ਦੀ ਰਿਪੋਰਟਿੰਗ ਹੀ ਨਹੀਂ। ਤੇ ਇਹ ਇੱਕ ਵਰਲਡ ਲੈਵਲ 'ਤੇ ਅਗਰ ਅਸੀਂ ਦੇਖੀਏ, ਇਹਨੂੰ ਮੰਨਿਆ ਜਾਂਦਾ ਆ ਕਿ ਇਹ ਕੁੜੀਆਂ 1/3 ਸਰ, ਤੇ ਹਾਲੇ ਨੰਬਰਸ ਨਹੀਂ ਉਹ ਕੀਤੇ ਗਏ। ਤੇ ਹਾਂਜੀ, ਵੀ ਨੀਡ ਮੋਰ ਐਜੂਕੇਸ਼ਨ ਅਬਾਊਟ ਇਟ। ਸਾਨੂੰ ਮੋਰ ਕਾਉਂਸਲਿੰਗ ਸੈਸ਼ਨਸ ਚਾਹੀਦੇ ਨੇ, ਲੋਕਾਂ ਦੇ ਵਿੱਚ ਵੜ ਕੇ ਦੱਸਣਾ ਪੈਣਾ ਹੈ ਕਿ। ਤੇ ਨਾਲੇ ਸਰ ਆਈ ਥਿੰਕ ਫੰਡਾਮੈਂਟਲ ਜਿਹੜੀ ਗਲਤੀ ਹੈਗੀ ਆ, ਉਹ ਸਾਡੇ ਕ੍ਰਿਮੀਨਲ ਸਿਸਟਮ 'ਤੇ ਵੀ ਆ। ਅਸੀਂ ਕੀ ਕਹਿੰਦੇ ਆ ਕਿ ਕ੍ਰਿਮੀਨਲ ਆ, ਬੰਦਿਆਂ ਨੂੰ ਔਰਤਾਂ ਨੂੰ ਦੋਨਾਂ ਨੂੰ ਹੀ ਅਸੀਂ ਕ੍ਰਿਮੀਨਲ ਆ, ਇਹ ਲੈ ਰਿਹਾ ਡਰੱਗਸ। ਕੁੜੀਆਂ ਲਈ ਜ਼ਿਆਦਾ ਖਰਾਬ ਹੋ ਜਾਂਦਾ, ਕਿਉਂਕਿ ਕੁੜੀ ਆ ਉਹ ਤੁਸੀਂ। ਤੇ ਸਾਡਾ ਕ੍ਰਿਮੀਨਲ ਸਿਸਟਮ ਕਹਿੰਦਾ ਖਤਮ ਕਰੋ ਇਹ ਸਾਰਾ ਨਾ, ਅਸੀਂ ਨਹੀਂ ਸਹਾਵਾਂਗੇ, ਨਸ਼ਾ ਮੁਕਤ ਭਾਰਤ, ਨਸ਼ਾ ਮੁਕਤ ਪੰਜਾਬ। ਇਹ ਪਰ ਸਰ, ਰਾਦਰ ਦੈਨ ਦੈਟ ਡੈਟਰੈਂਟ ਮਾਡਲ ਆਫ ਕ੍ਰਿਮੀਨਲ ਜਸਟਿਸ ਸਿਸਟਮ, ਵਾਟ ਵੀ ਨੀਡ ਇਜ਼ ਅ ਰੀਹੈਬਿਲਿਟੇਟਿਵ ਮਾਡਲ। ਇਹ ਬਹੁਤ ਸਾਰੀ ਯੂਰੋਪੀਅਨ ਕੰਟਰੀਜ਼ ਨੇ ਐਕਸਪੈਰੀਮੈਂਟ ਵੀ ਕੀਤਾ ਆ, ਜਿਹਦੇ ਤੋਂ ਸਾਹਮਣੇ ਗੱਲ ਆਈ ਆ ਕਿ ਅਗਰ ਇਹ ਰੀਹੈਬਿਲਿਟੇਟਿਵ ਮਾਡਲ ਆਪਾਂ ਕਰਦੇ ਹਾਂ, ਉਹ ਬੈਟਰ ਹੁੰਦਾ ਆ। ਨਸ਼ੇ ਦੀ ਤਦਾਦ ਘਟਦੀ ਆ, HIV AIDS ਘਟਦਾ ਆ, HCV ਘਟਦਾ ਆ। ਤੇ ਆਈ ਥਿੰਕ ਦਿਸ ਇਜ਼ ਸਮਥਿੰਗ ਵਿਚ ਆਰ ਗਵਰਨਮੈਂਟ ਸ਼ੁੱਡ ਲੁੱਕ ਟੂ, ਰਾਦਰ ਦੈਨ ਅ ਜ਼ੀਰੋ ਸਮ ਗੇਮ, ਜਿਹਦੇ ਵਿੱਚ ਸਭ ਕੁਝ ਉਹ ਬੰਦ ਕਰਨਾ ਚਾਹੁੰਦੇ ਨੇ। ਡਾਕਟਰ ਸਾਹਿਬ, ਅਭਿਜੀਤ, ਇੱਕ ਪੰਜਾਬ ਦੇ ਜਦੋਂ ਇਲੈਕਸ਼ਨ ਸੀਗੇ ਤਦ ਕਾਂਗਰਸ ਵੱਲੋਂ ਇੱਕ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਦੇ 70% ਜਿਹੜਾ ਯੂਥ ਹੈਗਾ ਉਹ ਨਸ਼ੇ ਦੇ ਵਿੱਚ ਲਿਪਤ ਹੈਗਾ। ਤੁਸੀਂ ਮੰਨਦੇ ਹੋ ਕਿ ਜਿਹੜਾ ਤੁਹਾਡਾ ਸਰਵੇ ਹੈ, ਕੁਛ ਨਾ ਕੁਛ ਉਹ ਆંકੜੇ ਉਹਦੇ ਅਕੋਰਡਿੰਗ ਚੱਲਦੇ ਪਏ ਨੇ? ਹਾਲਾਂਕਿ ਤੁਹਾਡਾ ਸਿਰਫ ਵਿਮਨ ਸੈਂਟਰਿਕ ਹਲੇ ਉਹ ਸੀਗਾ, ਮੰਨਦੇ ਹੋ ਤੁਸੀਂ ਕਿ ਐਸਾ ਦੀ ਕੋਈ ਚੀਜ਼ ਹੈਗੀ ਹੈ? ਹਾਂਜੀ ਸਰ, ਮੈਂ 100% ਮੰਨਦੀ ਇਹਨਾਂ ਦੀ ਚੀਜ਼ ਹੈਗੀ ਆ। ਉੱਥੇ ਮੇਰੀ ਜਿਹੜੀ ਇੱਕ ਪੇਸ਼ੈਂਟ ਨਾਲ ਗੱਲ ਹੋ ਰਹੀ ਸੀਗੀ, ਜਿਹੜੇ ਉੱਥੇ ਆਏ ਹੋਏ ਸੀਗੇ ਵਿਮਨ ਵਿਕਟਮ, ਤੇ ਮੈਂ ਉਹਨਾਂ ਨੂੰ ਵੈਸੇ ਹੀ ਇੱਕ ਤੋਂ ਨਹੀਂ, ਐਕਚੁਅਲੀ 3-4 ਤੋਂ ਮੈਂ ਪੁੱਛਿਆ। ਉਹ ਪਿੰਡਾਂ ਤੋਂ ਹੀ ਸੀਗੇ, ਕਪੂਰਥਲੇ ਦੇ ਕੋਲ, ਕਪੂਰਥਲਾ ਬਾਰਡਰ ਡਿਸਟ੍ਰਿਕਟ ਹੈਗਾ ਆ, ਤੇ ਉਹਨਾਂ ਦੇ ਕੋਲ ਪਿੰਡਾਂ ਤੋਂ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਕੁ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਅਫੈਕਟਡ ਨੇ? ਕਹਿੰਦੇ ਸਾਡਾ ਮੋਰ ਦੈਨ 50% ਤਾਂ ਹੈ ਹੀ ਆ। ਕਹਿੰਦੇ ਸਾਡੇ ਗੁਆਂਢੀ ਨੇ, ਬੱਚੇ ਨੇ ਸਰ, ਐਕਸੈਪਟ ਕਰਦੇ ਨੇ, ਉਹ ਵਿਕਟਮ ਐਕਸੈਪਟ ਕਰਦੇ ਨੇ। ਇਹਦੀ ਮੈਂ ਕਿਉਂਕਿ ਸਟੱਡੀ ਨਹੀਂ ਕੀਤੀ ਸਰ, ਤਾਂ ਮੈਂ ਤੁਹਾਨੂੰ ਗਾਰੰਟੀ ਨਾਲ ਨਹੀਂ ਕਹਿ ਸਕਦੀ, ਬਟ ਜਿੰਨਾ ਕੁ ਮੈਂ ਦੇਖਿਆ, ਜਿੰਨੀ ਕਿ ਮੈਂ ਗੱਲ ਕੀਤੀ ਆ ਉੱਥੇ, ਈਵਨ ਡਾਕਟਰ ਸਾਹਿਬ ਨਾਲ, ਜਿਹੜੀ ਡਾਕਟਰ ਸੰਦੀਪ ਭੋਲਾ ਜਿਹੜੇ ਨਵਕਿਰਨ ਸੈਂਟਰ ਦੇ ਇੰਚਾਰਜ ਨੇ, ਉਹਨਾਂ ਨਾਲ ਵੀ ਗੱਲ ਕੀਤੀ ਆ। ਉਹ ਵੀ ਇਸ ਚੀਜ਼ ਨੂੰ ਮੰਨਦੇ ਆ ਕਿ ਇਹ ਨੰਬਰ ਜੋ ਗਵਰਨਮੈਂਟ ਦਿਖਾ ਰਹੀ ਆ ਉਸ ਤੋਂ ਜ਼ਿਆਦਾ ਹੀ ਨੇ। ਅੱਛਾ, ਚਿੱਟੇ ਤੋਂ ਇਲਾਵਾ ਹੋਰ ਕਿਹੜੇ ਡਰੱਗਸ ਹੈ ਜਿਹੜੇ ਕਿ ਵਿਮਨਸ ਪੰਜਾਬ ਦੇ ਵਿੱਚ ਲੈ ਰਹੇ? ਸਰ ਹਰ ਤਰੀਕੇ ਦੇ ਡਰੱਗਸ ਨੇ, ਐਮਫੀਟਾਮੀਨਸ ਨੇ ਸਰ, ਤੇ ਕੋਕੇਨ ਹੁੰਦਾ ਆ। ਆਈ ਥਿੰਕ ਇਹ ਥੋੜ੍ਹਾ, ਕਿਉਂਕਿ ਇਹ ਮਹਿੰਗੇ ਨਸ਼ੇ ਨੇ, ਤਾਂ ਫਿਰ ਇਹ ਥੋੜ੍ਹਾ ਅੱਗੇ ਉੱਪਰ ਚਲੇ ਗਏ।
ਠੀਕ ਹੈ ਜੀ। ਉਸ ਤੋਂ ਬਾਅਦ ਜੀ ਐਲਕੋਹਲ ਇੱਕ ਨਸ਼ਾ ਆ। ਇਹ ਸਾਡੀ ਇੱਕ ਜਿਹੜੀ ਸਟੱਡੀ ਵੀ ਕੀਤੀ ਸੀਗੀ ਗਵਰਨਮੈਂਟ ਦੀ ਸਟੱਡੀ ਹੈਗੀ ਆ, ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ। ਉਹਨਾਂ ਨੇ ਰੈਕਗਨਾਈਜ਼ ਕੀਤੇ ਆ 8 ਤਰੀਕੇ ਦੇ ਡਰੱਗਸ ਨੇ ਜੋ ਇੰਡੀਆ 'ਚ ਮਿਲਦੇ ਨੇ, ਜਿਨ੍ਹਾਂ ਵਿੱਚ ਬੱਚੇ ਵੀ ਨੇ, ਕੁੜੀਆਂ ਵੀ ਨੇ, ਬੰਦੇ ਵੀ ਨੇ। ਚਾਹੇ ਉਹਨਾਂ ਦੀ ਵੀ ਸਟੱਡੀ ਦੇ ਵਿੱਚ ਜ਼ਿਆਦਾਤਰ ਵੱਧ ਚੜ ਕੇ ਬੰਦੇ ਹੀ ਆਏ ਨੇ ਸਾਹਮਣੇ, ਬਟ ਉਹਨਾਂ ਨੇ ਮੈਂਸ਼ਨ ਜ਼ਰੂਰ ਕੀਤਾ ਹੈ ਕਿ ਹਾਂ ਕੁੜੀਆਂ ਤੇ ਬੱਚੇ ਵੀ ਅਫੈਕਟਡ ਨੇ। ਅੱਛਾ, ਤੁਹਾਡੀ ਸਟੱਡੀ ਦੇ ਵਿੱਚ ਕੀ ਇਹ ਵੀ ਇੱਕ ਉਹ ਸੀਗਾ ਕਿ ਇਹ ਕੋਈ ਏਜ ਗਰੁੱਪ ਵੀ ਤੁਸੀਂ ਉਹਦੇ 'ਚ ਦੇਖੀ ਹੈ, ਕਿਹੜੀ ਏਜ ਗਰੁੱਪ ਤੋਂ ਜਿਹੜਾ ਨਸ਼ੇ ਦੀ ਲੱਤ ਹੈਗੀ ਕੁੜੀਆਂ ਨੂੰ ਲੱਗ ਰਹੀ ਹੈ, ਕੁਝ ਉਹਦੇ ਵਿੱਚ ਵੀ ਕੋਈ ਤੁਹਾਡੇ ਕੋਲ? ਸਰ ਜ਼ਿਆਦਾਤਰ ਕੁੜੀਆਂ ਯੰਗ ਸੀਗੀਆਂ, 18 to 40 ਇਅਰਸ ਅਗਰ ਮੈਂ ਇੱਕ ਆਪਣਾ ਐਸਟੀਮੇਟ ਕਰਾਂ, 18 ਤੋਂ 40 ਸਾਲ ਤੱਕ ਦੀ ਉਮਰ ਦੀ ਕੁੜੀਆਂ ਤੇ ਬੱਚੀਆਂ ਲੱਗੀਆਂ ਹੋਈਆਂ ਆ। ਸ਼ਾਇਦ ਕੀ ਪਤਾ ਇਸ ਤੋਂ ਵੀ ਛੋਟੀਆਂ ਲੱਗੀਆਂ ਹੋਣ, ਕਿਉਂਕਿ ਅੱਜ ਕੱਲ੍ਹ ਤਾਂ ਸਕੂਲਾਂ 'ਚ ਵੀ ਹੁੰਦਾ ਹੀ ਆ ਇਹ ਸਾਰਾ ਕੁਝ। ਹਾਂਜੀ, ਪਰ ਮੇਰੀ ਸਟੱਡੀ ਇਜ਼ ਕੰਸਟ੍ਰਿਕਟਡ ਟੂ 18 to 40 ਇਅਰਸ ਆਫ ਫੀਮੇਲ। ਤੇ ਇਹ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਹੋਏਗਾ ਇਸ ਤਰ੍ਹਾਂ ਤੁਸੀਂ ਮੰਨਦੇ? ਸਰ ਮੇਰੀ ਜਿਹੜੀ ਸਟੱਡੀ ਸੀਗੀ ਉਹ ਕਿਉਂਕਿ ਉਹਦਾ ਯੂਨੀਵਰਸ ਬਹੁਤ ਘੱਟ ਸੀਗਾ, ਓਨਲੀ ਕਪੂਰਥਲੇ ਨਾਲ ਰਿਸਟ੍ਰਿਕਟਡ ਸੀਗਾ, ਤੇ ਮੈਂ ਤੁਹਾਨੂੰ ਸਿਰਫ ਉਹਦਾ ਹੀ ਦੱਸ ਸਕਦੀ ਹਾਂ, ਬਟ ਆਈ ਐਮ ਸ਼ੋਰ ਕਿ ਸਾਰੀ ਸਟੇਟਸ ਦੇ ਵਿੱਚ ਮੋਸਟਲੀ ਇਹੀ ਹਾਲ ਹੋਏਗਾ। ਤੇ ਜਿਸ ਤਰੀਕੇ ਨਾਲ ਤੁਸੀਂ ਹੁਣ ਤੁਹਾਡੀ ਸਟੱਡੀ ਆਈ ਹੈ, ਕਿੱਥੇ ਪਬਲਿਸ਼ ਹੋਈ ਹੈ, ਗਵਰਨਮੈਂਟ ਦੇ ਕੋਲ ਪਹੁੰਚੀ ਹੈ ਕੀ? ਸਰ ਨਹੀਂ, ਸੈਡਲੀ ਇਹ ਸਾਡੀ ਗਵਰਨਮੈਂਟ ਦੀ ਤਰਫ ਕੋਲ ਨਹੀਂ ਪਹੁੰਚੀ। ਇਹ ਮੇਰੇ ਡਿਪਾਰਟਮੈਂਟ 'ਚ ਜ਼ਰੂਰ ਹੈਗੀ ਆ। ਉਸ ਤੋਂ ਬਾਅਦ ਮੈਂ ਇੱਕ ਅੱਧੇ ਆਪਣੀ ਤਰਫ ਤੋਂ ਆਰਟੀਕਲਸ ਵੀ ਲਿਖੇ ਸੀਗੇ ਜੋ ਕਿ ਮੈਂ ਕੁਝ ਈ ਮੈਗਜ਼ੀਨਸ ਦੇ ਵਿੱਚ ਭੇਜੇ, ਤੇ ਇੱਕ ਮੇਰੀ ਇਨ ਪ੍ਰੋਸੈਸ ਆ ਸਰ ਪੇਪਰ ਇਹਦੇ ਤੇ ਜੋ ਕਿ ਇੰਟਰਨੈਸ਼ਨਲ ਜਰਨਲ 'ਚ ਵੀ ਪਬਲਿਸ਼ ਹੋਊਗਾ। ਤਾਂ ਮੇਰੀ ਤਰਫ ਤੋਂ ਮੈਂ ਇਹੀ ਕਰ ਪਾਈ ਹਾਂ, ਬਟ ਆਈ ਹੋਪ ਕਿ ਇਸ ਤੋਂ ਬਾਅਦ ਸਰਕਾਰ ਦੀ ਤਰਫ ਇਹ ਸਟੱਡੀ ਪਹੁੰਚੇ, ਤੇ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਮੈਂ ਸਟੱਡੀ ਉੱਥੇ ਤੱਕ ਲੈ ਕੇ ਜਾਵਾਂ। ਮੇਰਾ ਆਖਰੀ ਸਵਾਲ ਤੁਹਾਡੇ ਤੋਂ ਅਭੀ ਡਾਕਟਰ ਅਭਿਜੀਤ, ਕੀ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜੀ ਤੁਹਾਡੀ ਸਟੱਡੀ ਇਸ ਨੂੰ ਹੋਰ ਅੱਗੇ ਵਾਸਟ ਕੀਤਾ ਜਾਏ, ਪੰਜਾਬ ਦੇ ਹੋਰ ਥਾਵਾਂ ਤੇ ਵੀ ਇਸ ਨੂੰ ਲਿਜਾਇਆ ਜਾਏ, ਉੱਥੇ ਵੀ ਜਾ ਕੇ ਸਟੱਡੀ ਕੀਤੀ ਜਾਏ ਤਾਂ ਕਿ ਜਿਹੜੇ ਨਤੀਜੇ ਹੈ ਉਹ ਸਾਹਮਣੇ ਆਉਣ ਤੇ ਸਮੇਂ ਰਹਿੰਦੇ ਹੋਏ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕੇ? ਬਿਲਕੁਲ ਸਰ, ਇਹ ਬਹੁਤ ਜ਼ਰੂਰੀ ਹੈ ਇਸ ਟਾਈਮ ਤੇ ਕਿ ਸਾਨੂੰ ਇਹ ਸਟੱਡੀ ਕਰਨੀ ਜ਼ਰੂਰੀ ਆ, ਤੇ ਸਾਨੂੰ ਇਹ ਵੀ ਜ਼ਰੂਰੀ ਹੈ ਕਿ ਸਾਡੀ ਜਿਹੜੀ ਪਾਲਿਸੀ ਮੇਕਿੰਗ ਉਹ ਜੈਂਡਰ ਸੈਂਸਿਟਿਵ ਤੇ ਜੈਂਡਰ ਰਿਸਪੌਂਸਿਵ ਹੋਵੇ, ਤੇ ਇਹ ਨੀਡ ਆਫ ਦੀ ਆਵਰ ਹੈ। ਮੈਂ ਹਾਲੇ ਸਿਰਫ ਇੱਕੋ ਹੀ ਸੈਂਟਰ ਤੇ ਮੈਂ ਇਹ ਵੀ ਚਾਹੁੰਦੀ ਹਾਂ ਕਿ ਹੋਰ ਸੈਂਟਰਸ ਵੀ ਖੁੱਲ੍ਹਣ ਕੁੜੀਆਂ ਲਈ, ਤਾਂ ਕਿ ਤੇ ਇਹਦੇ ਉੱਤੇ ਜਿਹੜਾ ਟੈਬੂ ਆ ਜੋ ਅਸੀਂ ਐਜ਼ ਅ ਸੁਸਾਇਟੀ ਅਸੀਂ ਕਾਰਪੇਟ ਦੇ ਥੱਲੇ ਕਰਦੇ ਰਹਿੰਦੇ ਹਾਂ ਚੀਜ਼ਾਂ ਨੂੰ, ਅਸੀਂ ਉਹ ਵੀ ਬਾਹਰ ਕੱਢੀਏ ਤਾਂ ਕਿ ਸਾਡੀ ਭੈਣਾਂ ਅੱਗੇ ਆ ਕੇ ਆਪਣਾ ਇਲਾਜ ਕਰਨ ਤੇ ਆਪਣੇ ਘਰਦਿਆਂ ਦਾ ਵੀ ਉਹਦੇ ਨਾਲ ਕੁਝ ਵਧੀਆ ਕਰ ਸਕਣ। ਦੈਨਿਕ ਸਵੇਰਾ ਨਾਲ ਗੱਲਬਾਤ ਕਰਨ ਲਈ ਬਹੁਤ ਸ਼ੁਕਰੀਆ। ਥੈਂਕ ਯੂ। ਬਿਲਕੁਲ ਤੁਸੀਂ ਸੁਣਿਆ ਡਾਕਟਰ ਅਭਿਜੀਤ ਢਿੱਲੋਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਹਿਊਮਨ ਰਾਈਟਸ ਡਿਪਾਰਟਮੈਂਟ ਦੇ ਇੱਕ ਸਟੂਡੈਂਟ ਹੈ, ਜਿਨ੍ਹਾਂ ਨੇ ਇੱਕ ਸਰਵੇ ਕੀਤਾ ਹੈ ਜਿਹਦੇ ਕਾਫੀ ਜ਼ਿਆਦਾ ਚੌਂਕਾ ਦੇਣ ਵਾਲੇ ਜਿਹੜੇ ਨਤੀਜੇ ਸਾਹਮਣੇ ਆਏ ਨੇ ਕਿ ਕਿਵੇਂ ਪੰਜਾਬ ਦੇ ਵਿੱਚ ਨਾ ਸਿਰਫ ਮੇਲਸ ਬਲਕਿ ਫੀਮੇਲਸ ਵੀ ਨਸ਼ੇ ਦੀ ਲੱਤ ਦੇ ਵਿੱਚ ਲੱਗੇ ਹੋਏ ਨੇ, ਤੇ ਇੱਕ ਵੱਡੀ ਗਿਣਤੀ ਹੈਗੀ ਹੈ ਜਿਹਦੇ ਵਿੱਚ ਮਹਿਲਾਵਾਂ ਜਾਂ ਕਹੀਏ ਕਿ ਕੁੜੀਆਂ ਇਸ ਨਸ਼ੇ ਨੂੰ ਲੈ ਰਹੀਆਂ, ਤੇ ਖਾਸ ਤੌਰ ਤੇ ਚਿੱਟਾ ਬਹੁਤ ਜ਼ਿਆਦਾ ਜਿਹੜਾ ਯੂਜ਼ ਕੀਤਾ ਜਾ ਰਿਹਾ। ਇਹਨਾਂ ਵੱਲੋਂ ਇੱਕ ਸਟੱਡੀ ਕੀਤੀ ਗਈ ਹੈ ਜਿਹੜੀ ਕਿ ਹੁਣ ਜਿਹੜੀ ਇਹ ਚਾਹੁੰਦੇ ਨੇ ਕਿ ਸਰਕਾਰਾਂ ਉਸ ਨੂੰ ਦੇਖਣ ਤਾਂ ਕਿ ਇਹ ਹਾਲੇ ਪੰਜਾਬ ਦੇ ਵਿੱਚ ਜਿਹੜਾ ਇੱਕੋ ਹਾਲੇ ਵੀਮਨ ਸੈਂਟਰਿਕ ਜਿਹੜਾ ਡਰੱਗ ਡੀ ਐਡਿਕਸ਼ਨ ਸੈਂਟਰ ਹੈ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਸੈਂਟਰ ਖੋਲ੍ਹੇ ਜਾਣ ਤਾਂ ਕਿ ਸਮੇਂ ਰਹਿੰਦੇ ਹੋਏ ਪੰਜਾਬ ਦੀ ਧੀਆਂ ਨੂੰ, ਪੰਜਾਬ ਦੀ ਭੈਣਾਂ ਨੂੰ ਬਚਾਇਆ ਜਾ ਸਕੇ ਅਗਰ ਉਹ ਨਸ਼ੇ ਦੀ ਲੱਤ ਦੇ ਵਿੱਚ ਹੈ। ਤੇ ਇਹਨਾਂ ਦੀ ਸਟੱਡੀ ਦੇ ਜਿਹੜੇ ਨਤੀਜੇ ਉਹ ਕਾਫੀ ਚੌਂਕਾ ਦੇਣ ਵਾਲੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।